तेरा नां नहीं दिल्लीए, दिल वर्गा तेरा नां नहीं दिल्लीए, पर तू दिल तो ही नहीं। तेरे अंदर रत है चिट्टी, पर तू लोकां दी रत पीनी। पढ़ के वेख लवें इतिहास जे साडा, सुरत आऊ तेरी टिकाणे। तू ये जानदी है इस धरती ते जाया ने कई भजाए जरवाने। हाजरीन, वाटकम काउंटी ते सकैजत काउंटी तो आई साध संगत जी, वाहिगुरू जी का खालसा, वाहिगुरू जी की फतेह। बहुत बहुत धन्यवाद है माउंट वर्नन दियां संगतां दा, ऑर्गेनाइजर दा, जिन्हां ने एक किसान रैली अज इत्थे आयोजित कीती आ। इहदे विच सारियां नूं ही ते सारियां दा ही बहुत बहुत धन्नवाद किया जाता। अरदास करते हैं कि आपां इस तरह ही इकट्ठे हो के, कल्ले वाटकम नहीं, सकैजत नहीं, सारे वाशिंगटन दियां संगतां, सारे वाशिंगटन दे जिन्ने भी अपने लोग वसदे आ इंडिया तो आके इत्थे, वो जदों सैशन शुरू होना मार्च दे विच ओलंपिया दे विच, उत्थे जाके भी आपां इस तरह ही प्यार दे नाल ते सत्कार दे नाल आपां जिहड़ी आवाज़ आ बुलंद करनी है। हाजरीन, आपां नूं बिल्लां दा पता, सारिआं नूं पता, रोज़ आपां मीडिया ते देखदे हैं, सुनते हैं, पढ़ते हैं, कोई दस्सण दी ज़्यादा जरूरत नहीं। आपां सारे पढ़े लिखे हैं, टीवी देखते हैं, अखबारां पढ़ते हैं, पर मैं तत्थां दे आधार ते 2 मिनट तुहाडे लैणे आ। जे आपां गल करिए मोदी सरकार दी, 6 साल पहलों अपनियां जिहड़ियां वाहीयोग जमीनां, ਉਹਦੀ कीमत ਤੁਸੀਂ ਜਾਣਦੇ ਆ, कई मेरे वीर भैन भरा ਉੱਥੋਂ ਵੇਚ ਕੇ ਵੀ ਆਏ ਆ। ਉਦੋਂ ਉਹਦੀ कीमत 40 ਲੱਖ ਰੁਪਈਆ ਸੀ। ਤੇ ਜੇ ਵਾਹੀਯੋਗ ਜ਼ਮੀਨ ਦੀ ਗੱਲ ਕਰੀਏ ਪੰਜਾਬ ਦੇ ਵਿੱਚ, ਉਹ 10.34 ਮਿਲੀਅਨ ਹੈਕਟੇਅਰ ਹੈ। ਜੇ ਉਸ ਨੂੰ ਕਿੱਲਿਆਂ ਦੇ ਵਿੱਚ ਆਪਾਂ ਮਲਟੀਪਲਾਈ ਕਰੀਏ ਤਾਂ ਉਹਦੀ ਜਿਹੜੀ ਹੈਗੀ ਆ ਕਿੱਲਿਆਂ ਦੇ ਵਿੱਚ ਮਿਣਤੀ ਜਾਂ ਗਿਣਤੀ, ਉਹ 10.374 ਮਿਲੀਅਨ ਏਕੜ ਦਾ ਜਿਹੜੀ ਵਾਹੀਯੋਗ ਜ਼ਮੀਨ ਆ। ਮੈਂ ਉਹਦੀ ਗੱਲ ਕਰ ਰਿਹਾ। ਜ਼ਮੀਨਾਂ ਤੇ ਜਿਹੜੇ ਇੰਡਸਟਰੀਅਲ ਸਿਟੀ ਆ, ਉਹਨਾਂ ਦੇ ਆਲੇ ਦੁਆਲੇ 5-5 ਕਰੋੜ ਦੇ ਵੀ ਕਿੱਲੇ ਵਿਕ ਗਏ ਆ। ਮੈਂ ਐਵਰੇਜ ਜਿਹੜਾ ਵਾਹੀਯੋਗ ਜ਼ਮੀਨ ਆ ਉਹਦੀ ਗੱਲ ਕਰ ਰਿਹਾ। 6 ਸਾਲ ਪਹਿਲਾਂ ਉਹਦੀ 40 ਲੱਖ ਰੁਪਈਆ ਸੀ। ਅੱਜ ਦੀ ਤਰੀਕ ਦੇ ਵਿੱਚ ਮੇਰਾ ਖਿਆਲ ਆ ਆਪਾਂ ਬਹੁਤ ਸਾਰੇ ਜ਼ਮੀਨ ਵੇਚਣ ਨੂੰ ਕਾਹਲੇ ਆ। ਉੱਥੇ 12 ਲੱਖ ਤੋਂ ਵੱਧ ਕਿਤੇ ਨਹੀਂ ਮਿਲਦੀ ਜਿਹੜੀ ਵਾਹੀਯੋਗ ਜ਼ਮੀਨ। 6 ਸਾਲਾਂ ਦੇ ਵਿੱਚ 40-12, ਤੁਸੀਂ ਬੜੇ ਲਿਖੇ ਆ, ਹਿਸਾਬ ਕਰ ਲਿਓ, 28 ਲੱਖ ਇੱਕ ਕਿੱਲੇ। ਮਗਰ ਉਹਦੀ ਜਿਹੜੀ ਕੀਮਤ ਆ ਉਹ ਘਟ ਗਈ ਆ 28 ਲੱਖ ਰੁਪਈਆ। ਜੇ ਉਹਨੂੰ ਡਾਲਰਾਂ ਦੇ ਵਿੱਚ ਕਨਵਰਟ ਕਰਨਾ ਹੋਵੇ, ਅੱਜ ਦੀ ਤਰੀਕ ਦੇ ਵਿੱਚ 394 ਬਿਲੀਅਨ ਡਾਲਰ, ਅਮਰੀਕਨ ਡਾਲਰ ਕੀਮਤ ਬਣਦੀ ਆ। ਆਪਾਂ ਇਹ ਕਈ ਵਾਰੀ ਪੜ੍ਹ ਕੇ ਬੜੇ ਖੁਸ਼ ਹੋ ਜਾਂਦੇ ਆ, ਅਬਾਨੀ ਅਡਾਨੀ ਦਾ 600 ਕਰੋੜ ਦਾ ਉਹਨੂੰ ਘਾਟਾ ਪੈ ਗਿਆ, 700 ਕਰੋੜ ਦਾ ਘਾਟਾ ਪੈ ਗਿਆ। ਤੁਸੀਂ ਇਹ ਸੋਚ ਸਕਦੇ ਆ ਕਿ ਜਿਹੜੇ ਪੰਜਾਬ ਦੇ ਲੋਕ ਆ, ਪੰਜਾਬ ਦੇ ਜ਼ਿਮੀਂਦਾਰ ਆ, ਉਹਨਾਂ ਨੂੰ 394 ਬਿਲੀਅਨ ਡਾਲਰ ਦਾ ਘਾਟਾ ਪਿਆ। ਪਰ ਜਿਹੜਾ ਅਡਾਨੀ ਅਬਾਨੀ ਆ, ਉਹਨੂੰ ਕੋਈ ਘਾਟਾ ਨਹੀਂ। ਉਹਦੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਉਹਨੂੰ ਪ੍ਰੋਟੈਕਟ ਕਰ ਰਹੀਆਂ, ਉਹ ਸਾਰਾ ਕੁਝ ਉਹਨੂੰ ਮਿਲ ਜਾਣਾ। ਹੁਣ ਇਹ ਜਿਹੜੀ 8 ਤਰੀਕ ਨੂੰ ਮੀਟਿੰਗ ਹੋਈ ਆ, ਉਹਦੇ ਵਿੱਚ ਤਕਰਾਰ ਵੀ ਹੋਏ ਆ। ਆਪਾਂ ਦੇਖਿਆ ਕਿਸਾਨ ਯੂਨੀਅਨ ਦਾ ਜਿਹੜਾ ਨੁਮਾਇੰਦਾ ਬੋਲ ਰਿਹਾ ਸੀ, ਸ਼ਾਇਦ ਉਹ ਵੀਡੀਓ ਤੁਸੀਂ ਕਿਸੇ ਨੇ ਨਹੀਂ ਦੇਖੀ, ਜਿਹੜੀ ਅੰਦਰੋਂ ਰਿਲੀਜ਼ ਕੀਤੀ ਗਈ ਆ। ਤੋਮਰ ਦੇ ਨਾਲ ਉਹਦਾ ਤਕਰਾਰ ਹੋਇਆ। ਉਹਨੇ ਇਹ ਕਿਹਾ ਵੀ ਜੇ ਤੁਸੀਂ ਕਾਨੂੰਨ ਵਾਪਸ ਨਹੀਂ ਸੀ ਲੈਣੇ ਤਾਂ ਸਾਨੂੰ ਸੱਦਿਆ ਕਿਉਂ ਗਿਆ ਇੱਥੇ? ਫੋਨ ਤੇ ਗੱਲ ਕਰਦੇ, ਅਸੀਂ 40 ਬੰਦੇ ਆਏ ਆ,
40 ਬੰਦਿਆਂ ਨੂੰ ਫੋਨ ਕਰਨਾ ਕੋਈ ਔਖੀ ਗੱਲ ਨਹੀਂ, ਤੁਸੀਂ ਕਰ ਸਕਦੇ ਸੀ। ਪਰ ਗੌਰਮੈਂਟ ਦੀ ਨੀਤ ਜਿਹੜੀ ਆ ਉਹ ਠੀਕ ਨਹੀਂ, ਆਪਾਂ ਸਭ ਨੂੰ ਪਤਾ। ਆਪਾਂ ਨੂੰ ਉਹਨਾਂ ਦੇ ਨਾਲ ਖੜੇ ਹੋਣਾ ਪੈਣਾ। ਆਪਾਂ ਖੜੇ ਵੀ ਆ, ਖੜੇ ਸੀ ਤੇ ਖੜੇ ਰਵਾਂਗੇ। ਇੱਕ ਮੈਂ ਬੇਨਤੀ ਕਰਨੀ ਆ ਹੋਰ, ਪਿੰਡਾਂ 'ਚੋਂ ਹੁਣ ਜਿਹੜੇ ਟਰੈਕਟਰ ਟਰਾਲੀਆਂ ਜਾ ਰਹੇ ਆ 26 ਤਰੀਕ ਦੀ ਰੈਲੀ 'ਚ, ਆਓ ਅੱਜ ਪ੍ਰਣ ਕਰੀਏ ਇੱਥੇ ਮਾਊਂਟ ਵਰਨਨ ਦੀ ਧਰਤੀ ਤੇ ਕਿ ਆਪਣੇ ਪਿੰਡਾਂ ਦੇ ਵਿੱਚੋਂ ਘੱਟੋ ਘੱਟ 10 ਟਰੈਕਟਰ ਹਰ ਪਿੰਡ 'ਚੋਂ ਜਾਣ ਤੇ ਪ੍ਰਣ ਕਰੀਏ ਆਪਣੇ ਆਪਣੇ ਪਿੰਡਾਂ ਦੇ ਵਿੱਚ ਜਿੰਨੇ ਵੀ ਬੰਦੇ ਟਰੈਕਟਰ ਟਰਾਲੀਆਂ ਲਿਜਾ ਕੇ ਲਿਜਾ ਰਹੇ ਆ ਉਹਨਾਂ ਨੂੰ ਇੱਥੋਂ ਸਪੋਰਟ ਕਰੀਏ। ਆਪਣੇ ਪਿੰਡਾਂ ਦੀਆਂ ਪੰਚਾਇਤਾਂ ਦੇ ਨਾਲ ਸੰਬੰਧ ਕਰਕੇ ਜਾਂ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਉਹਨਾਂ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਕਹੀਏ ਜਿਹੜੇ ਸਾਡੇ ਵੀਰ ਭਰਾ, ਸਾਡੇ ਬਜ਼ੁਰਗ, ਸਾਡੀਆਂ ਮਾਤਾਵਾਂ ਉੱਥੇ ਗਈਆਂ, ਉਹਨਾਂ ਦੀ ਜਿਹੜੀ ਫਸਲ ਆ, ਹੁਣ ਤੁਹਾਨੂੰ ਪਤਾ ਇਸ ਵੇਲੇ ਕਣਕ ਨੂੰ ਪਹਿਲਾਂ ਪਾਣੀ ਲੱਗ ਰਿਹਾ, ਲੋਕੀ ਖਾਦਾਂ ਵੀ ਪਾ ਰਹੇ ਆ। ਜਿਹੜੇ ਬੰਦੇ ਉੱਥੇ ਗਏ ਆ ਜਾਂ ਜਾ ਰਹੇ ਆ ਉਹਨਾਂ ਦੀਆਂ ਜ਼ਮੀਨਾਂ ਦਾ ਆਪਾਂ ਦੇਖ ਰੇਖ ਕਰੀਏ ਤਾਂ ਕਿ ਉਹਨਾਂ ਨੂੰ ਪਛਤਾਉਣਾ ਨਾ ਪਵੇ। ਅਸੀਂ ਆਪਣੇ ਪਿੰਡ, ਮੈਂ ਆਪਣੇ ਪਿੰਡ ਦੀ ਗੱਲ ਕਰਨ ਲੱਗਾ, ਸਾਡਾ ਪਿੰਡ ਕੋਈ ਬਾਹਲਾ ਵੱਡਾ ਨਹੀਂ, ਕੋਈ 60-70 ਘਰ ਆ। ਸਾਡੇ ਪਿੰਡ 'ਚੋਂ 5 ਟਰੈਕਟਰ ਜਾ ਰਹੇ ਆ। ਅਸੀਂ ਇਹ ਪ੍ਰਣ ਕੀਤਾ, ਮੀਟਿੰਗ ਕੀਤੀ ਉਹਨਾਂ ਨਾਲ ਵੀ ਜਿੰਨੇ ਵੀ ਤੁਸੀਂ ਬੰਦੇ ਗਏ ਆ ਉਹਨਾਂ ਦੀ ਜਿਹੜੀ ਜ਼ਮੀਨ ਆ, ਉਹਨਾਂ ਦੀ ਜਿਹੜੀ ਕਣਕ ਆ, ਉਹਨਾਂ ਦਾ ਤੁਹਾਨੂੰ ਕੋਈ ਫਿਕਰ ਨਹੀਂ, ਅਸੀਂ ਉਹਦਾ ਪ੍ਰਬੰਧ ਕਰਾਂਗੇ। ਭਾਵੇਂ ਹਾਇਰ ਕਰਕੇ ਜਿਹੜੇ ਮਜ਼ਦੂਰ ਆ ਉਹਨਾਂ ਨੂੰ ਪਾਣੀ ਲਾਇਆ ਜਾਵੇ, ਖਾਦ ਪਾਈ ਜਾਵੇ। ਤੁਸੀਂ ਵੀ ਸਾਰੇ, ਮੇਰਾ ਖਿਆਲ ਕੋਈ ਪੰਜਾਬ ਦਾ ਐਸਾ ਪਿੰਡ ਨਹੀਂ ਜਿੱਥੋਂ ਨਹੀਂ ਆਪਣੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਫੋਨ ਕਰਕੇ, ਆਪਣੇ ਰਿਸ਼ਤੇਦਾਰ ਉੱਥੇ ਬੈਠੇ ਆ, ਭੈਣ ਭਰਾ ਬੈਠੇ ਆ, ਉਹਨਾਂ ਨੂੰ ਕਹੋ ਅਸੀਂ ਭਾਵੇਂ ਇੱਥੋਂ 1000 ਰੁਪਈਆ ਹੀ ਘੱਲੀਏ, 1000 ਡਾਲਰ ਹੀ ਘੱਲੀਏ। ਹੋਰ ਕਿਸੇ ਨੂੰ ਜਿਹੜੀਆਂ ਕਈ ਜਥੇਬੰਦੀਆਂ ਤੁਰੀਆਂ ਫਿਰਦੀਆਂ ਵੀ ਦਾਨ ਦਿਓ ਜੀ, ਕਿਸਾਨਾਂ ਲਈ ਦਿਓ, ਉਹਨਾਂ ਨੂੰ ਨਾ ਦਿਓ। ਤੇ ਜੇ ਤੁਸੀਂ ਆਪਣੇ ਪਿੰਡ ਦੀਆਂ ਪੰਚਾਇਤਾਂ ਨਾਲ ਜਾਂ ਆਪਣੇ ਭੈਣਾਂ ਭਰਾਵਾਂ ਨਾਲ ਰਾਬਤਾ ਕਾਇਮ ਕਰਕੇ ਸਿੱਧੇ ਪੈਸੇ ਉਹਨਾਂ ਨੂੰ, ਉਹਨਾਂ ਦੀ ਮਦਦ ਕਰਦੇ ਆ ਤਾਂ ਉਸ ਤੋਂ ਵਧੀਆ ਨਹੀਂ, ਕਿਉਂਕਿ ਉਹਦੇ ਵਿੱਚ ਜਿਹੜੀ ਚੋਰੀ ਆ ਬਹੁਤ ਹੋਣ ਦਾ ਡਰ ਆ। ਇਹਦੇ ਵਿੱਚ ਵੀ ਚੋਰੀ ਹੋਣੀ ਆ, ਪਰ ਜੇ 100 ਡਾਲਰ ਦੇ ਵਿੱਚੋਂ 10 ਡਾਲਰ ਚੋਰੀ ਹੋ ਵੀ ਗਈ ਤਾਂ ਕੋਈ ਗੱਲ ਨਹੀਂ, ਆਪਾਂ ਨੰਗ ਨਹੀਂ ਹੋ ਚੱਲੇ। 90 ਡਾਲਰ ਤੇ ਆਪਣੇ ਭੈਣਾਂ ਭਰਾਵਾਂ ਦੇ ਕੰਮ ਹੱਥ ਆਉਣਗੇ। ਮੈਂ ਜਿਹੜੀ ਹੈਗੀ ਆ ਉਹਦੇ 3 ਕਾਨੂੰਨ ਬਿੱਲ, ਉਹਦੇ ਹੱਕ 'ਚ ਜਾਂ ਖਿਲਾਫ 'ਚ ਨਹੀਂ ਬੋਲਣਾ। ਉਹ ਆਪਾਂ ਸਾਰਿਆਂ ਨੂੰ ਪਤਾ ਆ ਵੀ ਉਹ ਕੀ ਚੀਜ਼ ਆ, ਪੋਲਿਊਸ਼ਨ ਦਾ ਮੁੱਦਾ ਕੀ ਆ, ਜਾਂ ਜਿਹੜਾ ਹੈਗਾ ਇਲੈਕਟ੍ਰੀਸਿਟੀ ਦਾ, ਜਿਹੜਾ ਪਾਵਰ ਦਾ ਉਹ ਗਵਰਨਮੈਂਟ ਆਪਣੇ ਹੱਥ 'ਚ ਕਰਨੀ ਚਾਹੁੰਦੀ ਆ, ਉਹ ਮੁੱਦਾ ਕੀ ਆ, MSP ਕੀ ਆ, ਜਾਂ ਹੋਰ, ਉਹ ਆਪਾਂ ਸਾਰਿਆਂ ਨੂੰ ਪਤਾ ਹੈ। ਮੈਂ ਇੱਕ ਹੋਰ ਗੱਲ ਕਰਨੀ ਆ ਵੀ ਜਿਹੜੀ ਆਪਾਂ ਸੱਭਿਅਕ ਭਾਈਚਾਰਾ ਹੋਵੇ। ਕਈ ਵਾਰੀ ਆਪਾਂ ਦੇਖਿਆ, ਹੁਣ ਤੁਸੀਂ ਉੱਥੇ ਹਿੰਦੂ ਸਿੱਖ ਦਾ ਸਵਾਲ ਨਹੀਂ ਰਹਿ ਗਿਆ, ਉੱਥੇ ਜੱਟਾਂ ਦਾ ਤੇ ਮਜ਼ਦੂਰਾਂ ਦਾ ਸਵਾਲ ਨਹੀਂ ਰਹਿ ਗਿਆ, ਉੱਥੇ ਭਾਈਚਾਰਕ ਜਿਹੜੀ ਸੰਬੰਧ ਆ ਆਪਾਂ ਸਾਰਿਆਂ ਨੂੰ ਪਤਾ। ਇੱਥੇ ਕਈ ਵਾਰੀ ਆਪਾਂ ਸੁਣਿਆ ਆ ਰੇਡੀਓ ਤੇ ਵੀ, TV ਤੇ ਵੀ, ਕਈ ਵਾਰੀ ਆਪਾਂ ਹਿੰਦੂ ਕਹਿ ਕੇ, ਜੈਨੀ ਕਹਿ ਕੇ ਆਪਾਂ ਉਹਨਾਂ ਦਾ ਆਪਾਂ ਵਿਰੋਧ ਕਰਦੇ ਆ। ਉਹ ਇਦਾਂ ਸੀਗਾ, ਜੈਨੀ ਇਦਾਂ ਸੀ, ਮੂੰਹ ਤੇ ਪਟਕਾ ਬੰਨ੍ਹਦੇ ਆ। ਆਪਾਂ ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਇਕੱਠੇ ਹੋ ਕੇ, ਹੁਣ ਜਿਹੜੇ ਉੱਥੇ ਕਿਸਾਨ ਮੋਰਚੇ 'ਚ ਗਏ ਆ ਉਹ ਸਾਰੇ ਸਿੱਖ ਨਹੀਂ, ਉਹ ਬਹੁਤ ਸਾਰੇ ਹਿੰਦੂ ਵੀ ਉਹਨਾਂ ਦੇ ਵਿੱਚ ਆ, ਬਹੁਤ ਸਾਰੇ ਦੂਜੇ ਧਰਮਾਂ ਦੇ ਵਿੱਚ ਵੀ ਹੈਗੇ ਆ। ਆਪਾਂ ਇਹ ਗੱਲਾਂ ਨਾ ਕਰੀਏ, ਇਹ ਚੰਗੀਆਂ ਗੱਲਾਂ ਨਹੀਂ। ਮੈਂ ਇੱਕ ਉਦਾਹਰਨ ਦੇਣੀ ਚਾਹੁੰਦਾ, ਆ ਜਿਹੜੇ ਹੁਣ ਪਿੱਛੇ ਦਿਨ ਲੰਘ ਕੇ ਗਏ ਆ, ਟੋਡਰਮਲ ਨੂੰ ਆਪਾਂ ਸਾਰੇ ਜਾਣਦੇ ਆ, ਜਿਹਨੇ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ, ਅੱਜ ਦੀ ਤਰੀਕ ਵਿੱਚ ਵੀ ਉਹ ਮਹਿੰਗੀ ਆ। ਉਹ ਜੈਨੀ ਸੀ, ਟੋਡਰਮਲ ਜੈਨ, ਉਹ ਜੈਨੀ ਸੀ, ਪਰ ਆਪਣੇ ਕਈ ਵੇਰੇ ਵੀਰ ਜੈਨ ਧਰਮ ਦੇ ਖਿਲਾਫ ਗੱਲਾਂ ਕਰਦੇ ਆ, ਉਹ ਮੂੰਹ ਤੇ ਪੱਟੀਆਂ ਬੰਨ੍ਹਦੇ ਆ। ਉਹਨਾਂ ਦਾ ਧਰਮ ਉਹਨਾਂ ਨੂੰ ਮੁਬਾਰਕ, ਆਪਾਂ ਕਿਉਂ ਕਿਸੇ ਕੋ ਇਹ ਗੱਲ ਲੈਣੀ। ਆਪਾਂ ਨੂੰ ਲੋੜ ਆ ਇਸ ਵੇਲੇ ਇਕੱਠੇ ਹੋਣ ਦੀ, ਨਾ ਕਿ ਇਹ ਗੱਲਾਂ ਕਰਨ ਦੀ ਵੀ ਫਲਾਣਾ ਹਿੰਦੂ ਧਰਮ ਇਦਾਂ ਸੀ ਜਾਂ ਫਲਾਣਾ ਧਰਮ ਇਦਾਂ ਸੀ। ਹੁਣ ਕਿੰਨੇ ਲੋਕ ਉੱਥੇ ਸੇਵਾ ਕਰ ਰਹੇ ਆਪਣੇ ਭਰਾਵਾਂ ਦੀ, ਇੱਕ ਨਹੀਂ 1000 ਐਗਜ਼ਾਮਪਲ ਦਿੱਤੀ ਜਾ ਸਕਦੀ ਆ। ਪਾਣੀਪਤ ਦੇ ਵਿੱਚ ਕੀ ਹੋਇਆ, ਸੋਨੀਪਤ 'ਚ ਕੀ ਹੋਇਆ, ਤੁਸੀਂ ਰੋਜ਼ ਵੀਡੀਓ ਦੇਖਦੇ ਆ। ਪਰ ਸਭੇ ਸਾਂਝੀ ਆਵਾਜ਼ ਸਦਾਇਨ ਵਾਲਾ ਜਿਹੜਾ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਆ, ਉਹਦੇ ਤੇ ਪਹਿਰਾ ਦੇਈਏ, ਨਾ ਕਿ ਆਪਣੇ ਜਿਹੜੇ ਵਖਰੇਵੇਂ ਆ ਉਹਨਾਂ ਨੂੰ ਅੱਗੇ ਲਿਆ ਕੇ ਆਪਣੀਆਂ ਰੋਟੀਆਂ ਸੇਕੀਏ। ਵੀਰੋ ਤੇ ਜਿਹੜੇ ਸਾਹਿਬਜ਼ਾਦਿਆਂ ਦੇ ਵਾਰਿਸ ਅਖਵਾਉਣ ਵਾਲੇ ਹੋ, ਮੈਂ ਅਪੀਲ ਕਰਦਾ, ਬੇਨਤੀ ਕਰਦਾ, ਤੁਹਾਡੇ ਅੱਗੇ ਮਿਹਨਤ ਵੀ ਕਰਦਾ ਕਿ ਆਪਾਂ ਇਕੱਠੇ ਹੋ ਕੇ ਹਮਲਾ ਮਾਰੀਏ ਤੇ ਜਿਹੜਾ
ਮਾਰਚ ਦੇ ਵਿੱਚ ਸੈਸ਼ਨ ਸ਼ੁਰੂ ਹੋਣਾ ਆ, ਉਹ ਇਕੱਠੇ ਹੋ ਕੇ ਇੱਦਾਂ ਹੀ ਆਪਾਂ ਉੱਥੇ ਜਾ ਕੇ ਵੀ ਇਸ ਤਰ੍ਹਾਂ ਹੀ ਮਾਰਚ ਕਰੀਏ ਤੇ ਉਹ ਜਿਹੜੀ ਆਵਾਜ਼ ਆ ਜਿਹੜੀ ਗੌਰਮੈਂਟ ਤੱਕ ਪਹੁੰਚੇ। ਉਹ ਇਸ ਵੇਲੇ ਜਿਹੜੀ ਗੌਰਮੈਂਟ ਹੈਗੀ ਆ, ਤੁਹਾਨੂੰ ਪਤਾ ਡੈਮੋਕ੍ਰੇਟਿਕ ਗੌਰਮੈਂਟ ਬਣਨੀ ਜਾ ਰਹੀ ਆ ਕੁਛ ਹੀ ਦਿਨਾਂ 'ਚ, ਉਹ ਗੌਰਮੈਂਟ ਆਪਣਾ ਜਿਹੜਾ ਸੁਨੇਹਾ ਸੈਂਟਰ ਤੱਕ ਪਹੁੰਚਾਵੇ ਤੇ ਸੈਂਟਰ ਦੇ ਵਿੱਚ ਜਿਹੜੇ ਆਪਣੇ ਬੰਦੇ ਬੈਠੇ ਆ, ਚਾਹੇ ਉਹ ਕਿਸੇ ਵੀ ਤਰੀਕੇ ਦੇ ਵਿੱਚ ਆਏ ਹੋਏ ਆ, ਚਾਹੇ ਉਹ ਕੌਂਸਲੇਟ ਆ, ਚਾਹੇ ਉਹ ਸਲਾਹਕਾਰ ਆ, ਉਹ ਮੈਸੇਜ ਆਪਣਾ ਇੰਡੀਆ ਦੀ ਗੌਰਮੈਂਟ ਤੱਕ ਪਹੁੰਚਾਉਣ। ਇਹ ਬਹੁਤ ਵਧੀਆ ਤਰੀਕਾ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੇ ਮਹੀਨੇ ਉਹ ਤੁਹਾਨੂੰ ਸੱਦਾ ਦੇਵਾਂਗੇ ਵੀ ਆਪਾਂ ਕਿਹੜੀ ਤਰੀਕ ਨੂੰ ਓਲੰਪੀਆ ਦੇ ਵਿੱਚ ਜਾਣਾ ਆ। ਇੱਥੇ ਜਿਸ ਤਰ੍ਹਾਂ ਵੀ ਤੁਸੀਂ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਆ, ਆਪਣੇ ਭੈਣਾਂ ਭਰਾਵਾਂ ਨੂੰ ਮੈਸੇਜ ਘੱਲ ਕੇ ਜੋ ਵੀ ਤਰੀਕੇ ਹੈਗੇ ਆ ਇਲੈਕਟ੍ਰੋਨਿਕ ਜਾਂ ਹੋਰ ਪੇਪਰ ਮੀਡੀਆ ਆ, ਜਾਂ ਜੋ ਉਹਦੇ ਵਿੱਚ ਤੁਸੀਂ ਵੱਧ ਚੜ੍ਹ ਕੇ ਹਿੱਸਾ ਦਿਓ। ਮੈਂ ਇੰਨੀਆਂ ਗੱਲਾਂ ਕਰਦਾ ਹੋਇਆ ਤੁਹਾਡੇ ਸਭ ਤੋਂ ਇਹ ਆਸ ਕਰਦਾ ਕਿ ਆਪਾਂ ਇੱਦਾਂ ਹੀ ਇਕੱਠੇ ਰਵਾਂਗੇ, ਇਕੱਠੇ ਹਾਂ ਤੇ ਇਕੱਠੇ ਰਹਿਣਾ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 43 days. 43 din ho gaya. It has been 43 days since farmers and citizens of India have joined together to protest the authoritarian practice of passing of 3 farm bills. For 43 days, young kids to 80-year-olds have been in the streets trying to get the attention of the Indian government. 43 ਦਿਨਾਂ ਤੋਂ ਛੋਟੇ ਬੱਚੇ ਅਤੇ ਬਜ਼ੁਰਗ ਬਾਹਰ ਖੜੇ ਹੋ ਕੇ ਆਪਣੀ ਲੜਾਈ ਲੜਦੇ ਆ। ਸਿਰਫ ਲੜਾਈ ਨਹੀਂ ਲੜਦੇ, ਪਰ ਉੱਥੇ ਗਲੀਆਂ ਦੇ ਵਿੱਚ, ਉੱਥੇ ਬਾਹਰ ਠੰਡ ਦੇ ਵਿੱਚ ਉੱਥੇ ਖਾਂਦੇ ਆ, ਉੱਥੇ ਸੌਂਦੇ ਆ, ਉੱਥੇ ਨਹਾਉਂਦੇ ਆ। In those same streets, not only do these innocent lives protest, but within these streets they sleep, they eat, they bathe. Over 300,000 people have made those streets their home. Why? Kyun? Why are these people ready to breathe their last breaths for this protest? Because if these bills aren't revoked, then we might have to say bye to democracy. When these bills were set in place, no one was asked, the men involved, the farmers, the Kisans, about the major economy system change. The people just want a democratic regime is supposed to give, which is the ability to have the government listen to the citizens' demands and wants. Not only is this a battle to keep democracy alive and avoid the turn of authoritarian regime, but it's to fight for human rights. Do farmers not get the rights of being able to go to court to fight their battles and concerns? Do farmers really deserve getting exploited by the government and the rich and leave the farmers with nothing, with barely enough to feed their kids and themselves every single night? Has the government and the rich really forgotten that their expensive food, their warm food, comes from the hands of the farmers? Oi government waleo, oi rich waleo, the Amir, ਤੁਹਾਨੂੰ ਚੇਤਾ ਭੁੱਲ ਗਿਆ ਜਿਹੜੀ ਤੁਸੀਂ ਪ੍ਰਸ਼ਾਦੇ ਖਾਂਦੇ ਆ, ਜਿਹੜੇ ਤੁਸੀਂ ਤੱਤੇ ਖਾਣਾ ਖਾਂਦੇ ਆ, ਉਹ ਇੱਕ ਕਿਸਾਨ ਦੀ ਕੀਮਤ ਤੋਂ ਆਉਂਦੇ ਆ। ਚੇਤਾ ਭੁੱਲ ਗਏ ਤੁਸੀਂ? Farmers are essential people who allow us to survive every single day. They provide us with an essential survival necessity. So how could we allow these same farmers to suffer to the point they feel suicide is better than living? It is said that once in your life, you need a doctor, a lawyer, a policeman, and a preacher. But every day, 3 times a day, you need a farmer. ਉਹ ਕਹਿੰਦੇ ਆ ਕਿ ਇੱਕ ਵਾਰੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਇੱਕ ਡਾਕਟਰ ਦੀ, ਇੱਕ ਵਕੀਲ ਦੀ, ਇੱਕ ਗਿਆਨੀ ਦੀ, ਇੱਕ ਪੁਲਿਸਮੈਨ ਦੀ ਲੋੜ ਆ, ਪਰ ਹਰ ਰੋਜ਼ ਇੱਕ ਦਿਨ ਦੇ ਵਿੱਚ 3 ਵਾਰੀ ਤੁਹਾਨੂੰ ਇੱਕ ਕਿਸਾਨ, ਇੱਕ ਫਾਰਮਰ ਦੀ ਲੋੜ ਆ। We sit here in our heated houses, in our rooms, while in India, they are sitting and sleeping in the cold night and rain to fight for their human rights. ਅਸੀਂ ਇੱਥੇ ਆਪਣੇ ਤੱਤੇ ਕਮਰੇ ਦੇ ਵਿੱਚ ਬੈਠੇ ਹਾਂ। We are sitting and we are cold right now. ਪਰ ਉੱਥੇ ਇੰਡੀਆ ਦੇ ਵਿੱਚ ਦੇਖੋ ਕਿੰਨੀ ਬਾਰਿਸ਼ ਪੈਂਦੀ ਆ। How cold is it? ਤਾਂ ਆਪਣੇ ਬਜ਼ੁਰਗ ਉੱਥੇ ਬਾਹਰ ਖੜੇ ਹੋ ਕੇ ਤਾਂ ਗਵਰਨਮੈਂਟ ਹਜੇ ਵੀ ਨਹੀਂ ਸੁਣਦੀ। It's been 43 days. 43 ਦਿਨ ਹੋ ਗਏ ਆ, and not a slight change from the government. So ਪਤਾ ਨਹੀਂ ਕਿੰਨੇ ਹੋਰ ਦਿਨਾਂ ਲਈ ਆਹ ਚੱਲਣਾ ਆ।
So who knows how many days this is going to go on. I know I've made mistakes, but please forgive me. Vaheguru Ji Ka Khalsa, Vaheguru Ji Ki Fateh. Okay, thank you, Jagmeet Kaur, for your speech. Next would be Rose. Vaheguru Ji Ka Khalsa, Vaheguru Ji Ki Fateh. I want to start off by saying thank you to everyone for coming today. In September 2020, in the midst of a global pandemic, the Indian government passed 3 farm bills. These farm bills have been detrimental to the lives of Kisans and all Indians. I will not be going over these bills today as I believe we have spent enough time on that. And I want to discuss the humanity and the strength of the Kisans in India. Today, we simply cannot just discuss the bills, we have to discuss the impacts, and we have to discuss how they are affecting the lives of not only people in India, but of us here in the US. The simple fact is that people are dying because of this. It's not a matter of liking or disliking, it's a matter of living and dying. Over the last year, India has seen an increasing amount of farmer suicide. They know their system is broken. They know these bills won't work, but they continue to walk on that path. We have to fight for our freedom, for our families, and we have to fight for justice. One of the most upsetting things about this movement has been the propaganda and the media silence. Despite being the world's largest protest, we are not getting that recognition. We have taken over the streets of Delhi. We have protested in New York, in California, in Canada, in the US, in the UK, and Germany. We have protested all over the world. But we are not getting that recognition. We have to ask ourselves why. Why do we have this media silence? And it's because people in power do not want our voices to be heard. At the end of the day, people will use Sikhs, Punjabis, and Kisans for their advantages. They will use the food that Kisans make. They will eat their food. They will tie a pug and star in our movies and act as Sikhs. But they will not stand for us when we are fighting for our lives. This means we have to fight harder than ever because we cannot depend on other people. It is on us. Another lie going around about Kisans is that they are terrorists. If anyone wants to know what terrorism is, I ask them to look at the US Capitol right now. We have seen the protest and the terrorism that has happened there, and compare those to the Kisans in India. Kisans in India have cleaned the streets. They have provided food. They have provided education. They are making and maintaining a well-being society. And protesters and rioters in the US Capitol are terrorizing. And despite the fact that people are fighting for their lives, they are still being the best that they can. What more proof do we need of their humanity? What more proof do we need of their strength? We cannot forget, we are those children of the Char Sahibzade. They stayed in the Thanda Burj for us. They stayed in the conditions that we are staying in. Delhi farmers have left behind their families, their children, their wives, their whole entire lives to fight for our freedom. We have to stand outside for 5 minutes and we think it's cold. They live and they breathe on the streets of Delhi. They sleep and they wake on the streets of Delhi. They have left everything behind for us. We cannot forget in 1947, it was Punjab and it was Sikhs that gave their Shahidi for the independence of India. And that is the same history that is being repeated. Sura so pehchaniya jo lare deen ke hit. Though that is our history, that is who we are. And that is what Kisans are representing right now. They're not sacrificing their lives for themselves. They're sacrificing their lives for freedom of India, for democracy, for our future, for our children. In conclusion, I want to say thank you to the Kisans protesting in Delhi. I want them to know that we have their back around the world, and we will fight alongside them as long as they need. We will not give up. As centuries of our ancestors have done before, we will fight for justice. As my Sikhi and my American values has taught me, I will continue to do ardas. Jagt jalanda rakh le apni kirpa tar. We all know who we can depend on in these hard times. And as my American values have taught me, I will never give up the fight for life, liberty, and the pursuit of happiness. Thank you. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅਸੀਂ ਦਿੱਲੀਏ ਆਪਣੇ ਪੁਰਖਿਆਂ ਤੋਂ ਵਿਰਸੇ ਵਿੱਚ ਬਗਾਵਤਾਂ ਸਿੱਖੀਆਂ ਨੇ। ਪੀ ਕੇ ਸ਼ੇਰਾਂ ਦੇ ਘਰ ਤੋਂ ਅਸੀਂ ਪਾਣੀ ਇਹ ਜੰਗਜੂ ਆਦਤਾਂ ਸਿੱਖੀਆਂ ਨੇ। ਕੋਈ ਸਾਨੂੰ ਖੰਗੂਰ ਕੇ ਲੰਘ ਜਾਵੇ ਫਿਰ ਕਦੋਂ ਸ਼ਰਾਫਤਾਂ ਰੱਖੀਆਂ ਨੇ। ਪੀ ਕੇ ਹਲਕੀ ਪੌੜੀ ਤੋਂ ਇਹ ਸਗੇ ਅਸੀਂ ਹਜੇ ਮੰਦਰ ਹਬਾਬ ਇਬਾਦਤਾਂ ਸਿੱਖੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ Waheguru Ji Ka Khalsa, Waheguru Ji Ki Fateh. First off, I would like to start by thanking everyone for coming out here today and supporting those farmers in India. ਮੈਂ ਸਾਰਿਆਂ ਦਾ ਪਹਿਲਾਂ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਸਾਰੇ ਠੰਡ ਦੇ ਮੌਸਮ ਵਿੱਚ ਇੱਥੇ ਬਾਹਰ ਆਏ ਤੇ ਜਿਹੜੇ ਸਾਡੇ ਕਿਸਾਨਾਂ ਨੂੰ support ਕਰ ਰਹੇ ਹਨ. So first, I'm going to start out by talking about the Kisans. I'm not going to go over the bills or anything, but I'm going to talk about our history because sometimes when something is going on as bad as it is in India, we forget who we are. Modi may think, Modi ਸੋਚਦਾ ਹੋਣਾ ਕਿ ਜਿਹੜੇ ਕਿਸਾਨ ਆ 2-3 ਮਹੀਨੇ ਬਹਿ ਜੂਗੇ ਚੱਲ ਜੂਗੇ, but he has forgotten ਕਿ ਸਾਡੀਆਂ ਮਹਿਤਾਵਾਂ ਅਮੀਰ ਮੰਨੂ ਦੀ ਜੇਲ੍ਹਾਂ ਵਿੱਚ ਬਹਿ ਕੇ ਕਿੰਨੇ ਦਿਨ ਗੁਜ਼ਾਰੇ, ਸਾਡੇ ਬੱਚਿਆਂ ਦੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਗਏ। ਮੋਦੀ ਤੂੰ ਜੋ ਮਰਜ਼ੀ ਸੋਚ ਲਾ, ਸਾਡੇ ਕਿਸਾਨਾਂ ਦੇ ਸਿਰ ਦੇ ਉੱਪਰ ਮਹਾਰਾਜ ਆ ਵਾਹਿਗੁਰੂ, he is supporting them. ਜਿਸ ਦੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ। We're hearing a lot of stuff going around in the media talking about coronavirus, that these farmers are going to get COVID. Those who have the blessings of God themselves, not even COVID can kill them. It is scared to touch them. These farmers, they are out there fighting their own lives. They have given up their own lives and their own freedoms for the entire Punjab. These farmers, they aren't just fighting for a single race or a single ethnicity. This is a fight for humanity. The other day, some of you may have seen that Modi tweeted out that in US democracy, how it's what happened at the Capitol, how that is affecting our democracy and how is a punch to our democracy's roots. But Modi, look at your own country. Not just democracy, but your country is not having humanity. Those people who fight for farmers, who are going out farming, they are not given their own rights. And if we want to talk about farmers and what they do, these farmers, they spend day and night. Their blood, sweat, and tears go into their land. If we ask our ਵੱਡ ਵਡੇਰੇ, ਜੇ ਅਸੀਂ ਵੱਡੇ ਵਡੇਰਿਆਂ ਨੂੰ ਆਪਣੇ ਦਾਦੇ ਨਾਨੀਆਂ ਨੂੰ ਪੁੱਛੀਏ ਕਿ ਤੁਹਾਡੀ ਸਭ ਤੋਂ what's your most ਕੀਮਤੀ possession that you have, and they'll say it's their ਜ਼ਮੀਨ. Most of our ਵੱਡ ਵਡੇਰੇ, they don't sell their ਜ਼ਮੀਨ for one reason, and that's because ਉਹਨਾਂ ਦੇ ਜਿਹੜੇ ਵੱਡ ਵਡੇਰੇ ਆ, ਉਹਨਾਂ ਦਾ ਖੂਨ, their sweat, their tears have gone into that work that they have done. But Modi and all these Ambani and Dani, they are trying to take away all of that. Modi may think that these farmers are weak and he can do whatever he wants, but he needs to remember one thing. ਕਿ ਜਿੱਥੇ ਵੀ ਸੱਚ ਅਤੇ ਝੂਠ ਦੀ ਲੜਾਈ ਹੋਈ ਆ, ਸੱਚ has always won. Wherever there has been a fight between what is right and what is wrong, truth has always won and will always win. ਜਿਹੜੇ ਝੂਠ ਆ, ਝੂਠ ਨਾ ਕਦੀ ਜਿੱਤਿਆ ਆ ਤੇ ਨਾ ਕਦੀ ਜਿੱਤੂਗਾ. I also want to say that this humanity that is being shown by the farmers needs to get more attention. We need to go out and we need to not just talk about the problem, but we need to find a solution. Yes, you can talk about the problem as much as you want, but if you don't do anything about it, there is no reason. We need to go out, go into other communities, go out to the Gore communities, go out to black communities, go to other ethnicities and other races and teach them about what is going on. Because if we cannot educate other people, they cannot help us. We need to go out to our government people, our government officials. If we can reach out to Jay Inslee, our governor, he can reach out to the president. President can reach out to other presidents. We need to spread more news. And I know I've made many mistakes. Please forgive me. Waheguru Ji Ka Khalsa, Waheguru Ji Ki Fateh. Manpreet Kaur, she would be our second to last speech, I believe. Manpreet Kaur. And then Ustabad ek Uncle Ji ne. Also, a quick reminder, asi t-shirts vi bechde pe. I've noticed that no one's bought it. You don't have to, but we're doing a prala kita bhi. Jo vi sanu milna t-shirts to, we're going to send it back as a donation to India. So we have a booth right over there on the pickup truck. There's different designs. They're about $15 t-shirts, but ਜੇ ਤੁਸੀਂ ਹੋਰ ਵੀ donations ਦੇਣਾ ਚਾਹੁੰਦੇ ਹੋ, you guys can give it there. Okay. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
Sade Haq. You see, it's not the farmers' hobby to protest or help us all learn the names of Delhi borders. You see, it's not the farmers' hobby to be tear gassed, water cannon, or be lathi charged, or live on damp highways during Delhi's cold winter mornings and nights. If they had an option to stay home, they would. Who wanted to leave their house for months and had no idea when they would return back? And who knew the last goodbyes they said to their families and kids, they were never going to return back? You see, it's not the farmers' hobby to die, but the ones that have left us will always remain in our hearts. We will win this battle one day, and that day will come quick, because our Kisan are doing this for who? Sade le te apne hakkan le. Asi apne hak वापस ही लेके रखेंगे. Sade hak ਇੱਥੇ ਰੱਖ. वाहिगुरू जी का खालसा, वाहिगुरू जी की फतेह. Waheguru Ji Ka Khalsa, Waheguru Ji Ki Fateh. I'd like to add on to what Manpreet just said, and I actually yesterday night came across a poem by Manika Kaur, which I'd like to read because it was really touching. And so it's titled Our Fathers by Manika Kaur. Our fathers are sleeping on the cold Delhi roads. They aren't looking down until the truth is exposed. Barricaded and beaten by people they selflessly nourish, beyond their last breath, their bravery shall flourish. They stand against regulations that enslave them and their generations. Instead of truth, the media labels them as anti-nationalists, as traitors. They're condemned. The largest protest in human history, 250 million people have joined peacefully, yet the media and politicians remain silent. Their souls belong to the heartless corporate giants, but the spirit of Punjab cannot be broken. The love for humanity remains untainted. The children and devotees of Guru Nanak Dev Ji are without fear and without hatred. For decades, we have heard the deafening cries from Punjab as sons commit suicide and fields fill with blood. As our brothers sit behind bars without cause and our mothers rot in poverty and loss. No more. No more. We stand with the farmers who feed the world. Punjab has given enough of its boys and girls. In this world of ego, even if we must sacrifice, abolishing tyrants is a part of our appetite. Our fathers are sleeping on the cold Delhi roads. We aren't backing down until the truth is exposed. Waheguru Ji Ka Khalsa, Waheguru Ji Ki Fateh. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਸਾਡੇ ਜਿਹੜੇ ਇਹ ਨੌਜਵਾਨ ਬੱਚੇ ਬੱਚੀਆਂ, ਮੈਂ ਇਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਹਾਂ ਕਿ ਅੱਜ ਇਹ ਸਾਰੀ ਹੀ ਕਮਿਊਨਿਟੀ ਨੂੰ ਨਾਲ ਲੈ ਕੇ ਬੈਲਹਮ ਕਾਉਂਟੀ ਦੀ ਸਕੈਜਤ ਕਾਉਂਟੀ ਸਾਰਿਆਂ ਨੂੰ ਹੀ ਨਾਲ ਲੈ ਕੇ ਅੱਗੇ ਲੱਗ ਕੇ ਇਹ ਇਹਨਾਂ ਦੀ ਦੂਜੀ ਐਜੀਟੇਸ਼ਨ ਹੈ। ਇਹ ਬਹੁਤ ਹੀ ਵਧਾਈ ਦੇ ਪਾਤਰ ਹਨ। ਸਾਡੇ ਨਾਲੋਂ ਇਹ ਬਹੁਤ ਹੀ ਪੜ੍ਹੇ ਲਿਖੇ ਹਨ। ਜੇ ਮੈਂ ਕਹਿ ਦੇਵਾਂ ਕਿ ਇਹਨਾਂ ਨੂੰ ਸੱਚੇ ਸੁੱਚੇ ਪੜ੍ਹੇ ਲਿਖੇ ਹਨ, ਇਹਨਾਂ ਦੀਆਂ ਸਪੀਚਾਂ ਤੋਂ ਅਸੀਂ ਭਲੀ ਭਾਂਤ ਹੀ ਦੇਖ ਸਕਦੇ ਹਾਂ, ਪ੍ਰਭਾਵ ਮਿਲਦਾ ਹੈ ਕਿ ਇਹਨਾਂ ਦੇ ਵਿੱਚ ਜੋ ਇਹ ਬੋਲਦੇ ਹਨ ਉਹ ਇਹ ਦਿਲੋਂ ਬੋਲਦੇ ਹਨ। ਔਰ ਅੱਜ ਇਹਨਾਂ ਦੇ ਵਿੱਚ ਜਿਹੜੀ ਜਾਗਰਤੀ ਆਈ ਹੈ ਉਹ ਬਹੁਤ ਜ਼ਰੂਰੀ ਹੈ। ਉਹ ਇੱਕ ਚੰਗੀ ਮੂਵਮੈਂਟ ਹੈ ਕਿ ਇਹ ਸਾਡੇ ਅੱਜ ਅੱਗੇ ਲੱਗੇ ਹਨ। ਸਾਨੂੰ ਇਹਨਾਂ ਦੀ ਲੋੜ ਹੈ, ਇਹੀ ਸਾਡਾ ਫਿਊਚਰ ਹੈ। ਇਹ ਸਮਝਣਗੇ ਤਾਂ ਇਹੀ ਉਸ ਚੀਜ਼ ਨੂੰ ਅੱਗੇ ਲੈ ਕੇ ਪੰਜਾਬ ਦਾ ਦਰਦ, ਕਮਿਊਨਿਟੀ ਦਾ ਦਰਦ, ਹਿਊਮੈਨਿਟੀ ਦਾ ਦਰਦ, ਲੋਕਾਂ ਦਾ ਦਰਦ ਲੈ ਕੇ ਇਹ ਇਕੱਲਾ ਕਿਸੇ ਧਰਮ ਨੂੰ ਲੈ ਕੇ ਨਹੀਂ ਚੱਲਣਗੇ। ਇਹ ਲੋਕਾਂ ਦੇ ਦਰਦ ਨੂੰ ਲੈ ਕੇ ਅੱਗੇ ਆਉਣਗੇ, ਕਿਉਂਕਿ ਇਹ ਸੱਚ ਤੇ ਪਹਿਰਾ ਦੇਣ ਵਾਲੇ ਹਨ ਜਿਹੜੇ ਬੱਚੇ, ਨਵੇਂ ਬੱਚੇ ਜਿਹੜੇ। ਮੈਂ ਇਹਨਾਂ ਨੂੰ ਇੱਕ ਬੇਨਤੀ ਅੱਜ ਇੱਥੋਂ ਕਰਦਾ ਹਾਂ ਸਟੇਜ ਤੋਂ। ਮੈਂ ਲੰਡਨ ਗੁਰੂ ਘਰ ਨਾਲ ਸੰਬੰਧਿਤ ਹਾਂ ਔਰ ਮੈਂ ਬਲੇਨ ਦੇ ਵਿੱਚ ਰਹਿਣਾ ਹਾਂ। ਸੁਖਵੰਤ ਸਿੰਘ ਗਿੱਲ ਮੇਰਾ ਨਾਮ ਹੈ। ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਅਸੀਂ ਇਹਨਾਂ ਨੂੰ ਇੱਕ ਰੈਲੀ ਇਹ ਹੁਣ 2 ਵੀਕਾਂ ਤੱਕ ਜੇ ਕੋਈ ਨਹੀਂ ਫੈਸਲਾ ਹੁੰਦਾ ਤਾਂ ਉਹ ਬੈਲਿੰਗਹੈਮ ਦੇ ਵਿੱਚ ਇਹ ਅੱਗੇ ਲੱਗ ਕੇ ਸਾਨੂੰ ਇਹ ਗਾਈਡਲਾਈਨ ਦੇਣ
ਅਸੀਂ ਉੱਥੇ ਪਹੁੰਚਾਂਗੇ ਸਾਰੇ, ਇਹ ਉੱਥੇ ਰੈਲੀ ਇਜਾਜ਼ਤ ਕਰਨ ਔਰ ਇੱਕ ਵੱਡੀ ਰੈਲੀ ਜਿਹੜੀ ਉੱਥੇ ਵੀ ਘੱਟ ਤੋਂ ਘੱਟ 2 ਵੀਕਾਂ ਦਾ ਵਕਫਾ ਰੱਖ ਕੇ, ਜੇ ਨਹੀਂ ਕੋਈ ਫੈਸਲਾ ਹੁੰਦਾ ਤਾਂ ਉਹ ਜਿਹੜੀ ਇੱਕ ਵੱਡੀ ਰੈਲੀ ਉੱਥੇ ਕੀਤੀ ਜਾਵੇ। ਉਹਦੇ ਬਾਰੇ ਅਸੀਂ ਸਾਰੇ ਇਹ ਸਾਡੇ ਨਾਲ ਕੰਟੈਕਟ ਕਰ ਸਕਦੇ ਹਨ। ਅਸੀਂ ਜਗ੍ਹਾ ਕੋਈ ਫਿਕਸ ਕਰ ਸਕਦੇ ਹਾਂ ਜਿੱਥੇ ਵੀ ਅਸੀਂ ਉੱਥੇ ਕਿਤੇ ਖੜ ਕੇ ਜਿਵੇਂ ਵੀ ਰੈਲੀ ਕਰਨੀ ਹੈ, ਔਰ ਉੱਥੇ ਲੋਕਾਂ ਨੂੰ ਉੱਥੇ ਵੀ ਦੱਸਿਆ ਜਾਵੇ ਕਿ ਸਾਡੀਆਂ ਤਕਲੀਫਾਂ ਕੀ ਹਨ, ਲੋਕ ਦੇਖਣ। ਔਰ ਅਸੀਂ ਇੰਗਲਿਸ਼ ਦੇ ਵਿੱਚ ਜਿਹੜੇ ਮਾਡੋ ਉਹ ਸਾਡੇ ਪੜ੍ਹਨ ਵੀ। ਅੱਜ ਸਾਡੀ ਇੱਥੇ ਸਾਡੇ ਭਾਰਤ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਕਿਵੇਂ ਤੰਗ ਕੀਤਾ ਜਾ ਰਿਹਾ ਹੈ। ਉਹਨਾਂ ਕਿਸਾਨਾਂ ਨੂੰ ਔਰ ਉਹਨਾਂ ਮਜ਼ਦੂਰਾਂ ਨੂੰ ਇਹ ਸਾਂਝੇ ਹਨ। ਇੱਥੇ ਕੋਈ ਧਰਮ ਦੀ ਗੱਲ ਨਹੀਂ ਹੈ, ਇੱਥੇ ਕਮਿਊਨਿਟੀ ਦੀ ਗੱਲ ਹੈ। ਉਹ ਲੋਕ ਜਿਹੜੇ ਇਸ ਕਮਿਊਨਿਟੀ ਦੇ ਔਰ ਜੀਵ ਜੰਤੂਆਂ ਦੇ ਵੀ ਈਵਨ ਕਹਿ ਦਈਏ ਤਾਂ ਉਹ ਜਿਹੜੇ ਉਹ ਜਿਨ੍ਹਾਂ ਕਰਕੇ ਉਹ ਜੀਵ ਜੰਤੂ ਔਰ ਇਨਸਾਨ ਜਿਹੜਾ ਹੈ ਉਹ ਜਿਉਂਦਾ ਰਹਿੰਦਾ ਹੈ, ਉਹਨਾਂ ਨੂੰ ਅੱਜ ਕਿਸ ਤਰ੍ਹਾਂ ਸੂਲੀ ਤੇ ਟੰਗਿਆ ਹੋਇਆ। ਇਹਨਾਂ ਸਰਕਾਰਾਂ ਨੇ, ਇਹਨਾਂ ਪੋਲੀਟੀਕਲ ਪਾਰਟੀਆਂ ਨੇ, ਇਹ ਕੋਈ ਅੱਜ ਮੋਦੀ ਦੀ ਗੱਲ ਨਹੀਂ ਜੇ ਆਪਾਂ ਕਹਿੰਦੇ ਮੋਦੀ ਤੇ ਗੱਲ ਖਤਮ ਹੋ ਗਈ ਹੈ ਜਾਂ ਮੋਦੀ ਤੋਂ ਸ਼ੁਰੂ ਹੋਈ ਆ। ਇਹ ਗੱਲ ਹਰ ਇੰਡੀਆ ਦੀ ਜਿਹੜੀ ਗਵਰਨਮੈਂਟ ਆ, ਹਰ ਇੰਡੀਆ ਦੀ ਜਿਹੜੀ ਪੋਲੀਟੀਕਲ ਪਾਰਟੀ ਆ, ਉਹਨੇ ਕਦੇ ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਕੁਝ ਨਹੀਂ ਦਿੱਤਾ ਜਦੋਂ ਤੋਂ ਆਜ਼ਾਦੀ ਹੋਈ ਆ। ਹਮੇਸ਼ਾ ਇਹਨਾਂ ਦੇ ਹੱਕਾਂ ਦੇ ਉੱਤੇ ਡਾਕੇ ਮਾਰੇ, ਇਹਨਾਂ ਨੂੰ ਭੁੱਖੇ ਮਾਰਿਆ, ਇਹਨਾਂ ਨੂੰ ਮਰਨ ਲਈ ਮਜਬੂਰ ਕੀਤਾ, ਔਰ ਹਮੇਸ਼ਾ ਹੀ ਸਰਮਾਏਦਾਰਾਂ ਦੇ ਜਿਹੜੇ ਆ ਉਹਨਾਂ ਦੇ ਪੱਖ ਪੂਰੇ। ਔਰ ਅੱਜ ਜਦੋਂ ਕਹਿੰਦੇ ਕਿ ਜ਼ੁਲਮ ਦੀ ਹੱਦ ਹੋ ਜਾਏ, ਗੁਰੂ ਨਾਨਕ ਦੇਵ ਜੀ ਉਦੋਂ ਪ੍ਰਗਟ ਹੋਏ ਜਦੋਂ ਜ਼ੁਲਮ ਦੀ ਹੱਦ ਹੋ ਚੁੱਕੀ ਸੀ। ਅੱਜ ਇਹ ਇਤਿਹਾਸਕ ਅੰਦੋਲਨ ਕਿਸਾਨਾਂ ਦਾ ਉਦੋਂ ਆਇਆ ਸਾਹਮਣੇ ਜਦੋਂ ਜ਼ੁਲਮ ਦੀ ਹੱਦ ਹੋ ਗਈ। ਹਰ ਸਰਕਾਰ ਨੇ, ਹਰ ਪਾਰਟੀ ਦੀ ਸਰਕਾਰ ਨੇ ਲੋਕਾਂ ਤੇ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ। ਆਮ ਲੋਕਾਂ ਤੇ, ਸਧਾਰਨ ਲੋਕਾਂ ਤੇ, ਮਜ਼ਦੂਰਾਂ ਤੇ, ਕਿਸਾਨਾਂ ਦੇ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ। ਤਾਂ ਇਹ ਜਿਹੜਾ ਬਹੁਤ ਵੱਡਾ ਇੱਕ ਲੋਕਾਂ ਦਾ ਰੋਹ, ਕਿਸਾਨਾਂ ਮਜ਼ਦੂਰਾਂ ਦਾ ਰੋਹ ਜੀ, ਇੱਕ ਇਤਿਹਾਸਕ ਅੰਦੋਲਨ ਦੇ ਸ਼ੇਪ ਦੇ ਵਿੱਚ ਇਹ ਸਾਹਮਣੇ ਆ। ਅਸੀਂ ਕਿਸਾਨਾਂ ਦੇ ਨਾਲ ਹਾਂ ਔਰ ਉਦੋਂ ਤੱਕ ਕਿਸਾਨਾਂ ਦੇ ਨਾਲ ਰਹਾਂਗੇ ਜਦੋਂ ਤੱਕ ਕਿਸਾਨਾਂ ਦੀਆਂ ਜਿਹੜੀਆਂ ਇਹ ਮੰਗਾਂ, 3 ਕਾਲੇ ਕਾਨੂੰਨ ਜਿਹੜੇ ਉਹ ਵਾਪਸ ਨਹੀਂ ਲਏ ਜਾਂਦੇ। ਕਿਉਂਕਿ ਕਿਸਾਨ ਹੀ ਜਿਉਂਦੇ ਰਹਿਣ ਲਈ no farmer, no food, everybody knows। ਇਸ ਜ਼ਾਲਮ ਦਿੱਲੀ ਨੇ, ਮੈਂ 2 ਲਾਈਨਾਂ ਲਿਖੀਆਂ, ਮੈਂ ਜਲਦੀ ਸੁਣਾ ਦਿਆਂ, ਟਾਈਮ ਨਹੀਂ ਜ਼ਿਆਦਾ ਲੈਣਾ। ਇਸ ਜ਼ਾਲਮ ਦਿੱਲੀ ਨੂੰ ਨਾ ਤਰਸ ਕਦੇ ਵੀ ਆਇਆ। ਇਹ ਅੱਜ ਦੀ ਗੱਲ ਨਹੀਂ, ਦਿੱਲੀ ਨੇ ਬੜਾ ਜ਼ੁਲਮ ਕੀਤਾ। ਜਦੋਂ ਵੀ ਦਿੱਲੀ ਦੇ ਕੋਈ ਵੀ ਰਾਜਾ ਹੋਵੇ, ਉਹਨੇ ਪ੍ਰਜਾ ਦੇ, ਜੇ ਉਹ ਹਿੰਦੂ ਆ ਸਾਡੇ ਸਾਹਮਣੇ ਆ, ਉਹਨੇ ਵੀ ਉਹਨੇ ਹੀ ਜ਼ੁਲਮ ਕੀਤਾ ਜਿੰਨਾ ਮੁਸਲਮਾਨਾਂ ਨੇ, ਮੁਗਲਾਂ ਨੇ ਕੀਤਾ ਸੀਗਾ। ਅੱਜ ਹਿੰਦੂ ਵੀ ਰਾਜੇ ਜਿਹੜੇ ਆ ਉਹ ਕੋਸ਼ਿਸ਼ ਕਰ ਰਹੇ। ਉਹ ਹਿੰਦੂ ਕਮਿਊਨਿਟੀ ਦੇ ਨਹੀਂ ਇਸ ਅਗੇਂਸਟ, ਇਹ ਰਾਜੇ ਦੀ ਗੱਲ ਆ ਕਿ ਉਹ ਜ਼ਾਲਮ ਹੋ ਜਾਂਦੇ ਆ। ਉਹ ਡਸਨਟ ਮੈਟਰ ਉਹ ਕਿਹੜੀ ਕਮਿਊਨਿਟੀ 'ਚੋਂ ਹੁੰਦੇ ਆ। ਇਸ ਜ਼ਾਲਮ ਦਿੱਲੀ ਨੂੰ ਨਾ ਤਰਸ ਕਦੇ ਵੀ ਆਇਆ, ਤਾਂ ਹੀ ਅੱਜ ਕਿਸਾਨਾਂ ਨੇ ਦਿੱਲੀ ਨੂੰ ਘੇਰਾ ਪਾਇਆ। ਇਸ ਜ਼ਾਲਮ ਦਿੱਲੀ ਨੂੰ ਨਾ ਤਰਸ ਕਦੇ ਵੀ ਆਇਆ, ਤਾਂ ਹੀ ਅੱਜ ਕਿਸਾਨਾਂ ਨੇ ਦਿੱਲੀ ਨੂੰ ਘੇਰਾ ਪਾਇਆ। ਕਹਿੰਦੇ ਦਿੱਲੀਏ ਤੈਨੂੰ ਜਿੱਤ ਕੇ ਜਾਵਾਂਗੇ, ਤੈਨੂੰ ਛੇਤੀ ਹੀ ਨੱਥ ਪਾਵਾਂਗੇ। ਤੈਨੂੰ ਜ਼ੋਰ ਦੀ ਬੋਲੋ, ਤੈਨੂੰ ਛੇਤੀ ਹੀ ਨੱਥ ਪਾਵਾਂਗੇ, ਤੈਨੂੰ ਛੇਤੀ ਹੀ ਨੱਥ ਪਾਵਾਂਗੇ, ਦਿੱਲੀਏ ਜਿੱਤ ਕੇ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਾਂ ਸੀਨੇ ਦਾ ਸੀ ਖੂਨ ਪਾ ਕੇ ਫਾੜਿਆ, ਚਾਹੁੰਦੇ ਮਿੱਥਣਾ ਇਹ ਰੰਗਲੇ ਪੰਜਾਬ ਨੂੰ, ਕਿਵੇਂ ਜਸ਼ਨ ਮਨਾਈਏ ਨਵੇਂ ਸਾਲ ਦੇ, ਲਾਸ਼ ਨਿਤ ਨਵੀਂ ਪਹੁੰਚਦੀ ਪੰਜਾਬ ਨੂੰ, ਲਾਸ਼ ਨਿਤ ਨਵੀਂ ਜਾਂਦੀ ਆ ਪੰਜਾਬ ਨੂੰ। ਦਿੱਲੀ ਨੂੰ ਘੇਰਾ ਪਾ ਕੇ ਬੈਠੇ ਸਾਡੇ ਫਾਰਮਰ ਦੀ ਸਪੋਰਟ 'ਚ ਪਹੁੰਚੀਆਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਬੱਚੇ ਜਿਹੜੇ ਇੱਥੇ ਆਏ ਨੇ ਬਹੁਤ ਵਧੀਆ ਇਨਫੋਰਮੇਸ਼ਨ ਆਪਣੇ ਨਾਲ ਸਾਰੇ ਸ਼ੇਅਰ ਕਰਕੇ ਗਏ ਨੇ। ਮੈਨੂੰ ਕੁਛ ਬਹੁਤਾ ਬੋਲਣ ਦੀ ਇਹਦੇ ਵਿਸ਼ੇ ਤੇ ਲੋੜ ਨਹੀਂ, ਬਸ ਮੈਂ 1-2 ਜਾਣਕਾਰੀਆਂ ਸ਼ੇਅਰ ਕਰਨੀਆਂ ਚਾਹੁੰਦੀ ਤੁਹਾਡੇ ਨਾਲ। ਜਿੱਦਾਂ ਆਪਾਂ ਸਾਰੇ ਇਸ ਚੀਜ਼ ਨੂੰ ਲੈ ਕੇ ਇਸ ਜਿਹੜਾ ਫਾਰਮਰ ਸਪੋਰਟ ਅੰਦੋਲਨ ਚੱਲ ਰਿਹਾ ਆਪਣਾ ਇੱਥੇ ਵੀ ਇੰਡੀਆ ਦੇ ਵਿੱਚ ਵੀ, ਇਹਨੂੰ ਲੈ ਕੇ ਆਪਾਂ ਸਾਰੇ ਆਪੋ ਆਪਣੇ ਤਰੀਕੇ ਨਾਲ ਕੋਸ਼ਿਸ਼ ਕਰ ਰਹੇ ਹਾਂ। ਫੰਡਿੰਗ ਦੇ ਤੌਰ ਤੇ ਵੀ, ਪ੍ਰੋਟੈਸਟ ਦੇ ਤੌਰ ਤੇ ਵੀ, ਜਾਂ ਆਪਾਂ ਇਨਫੋਰਮੇਸ਼ਨ ਸ਼ੇਅਰ ਵੀ ਕਰ ਰਹੇ ਹਾਂ ਸੋਸ਼ਲ ਮੀਡੀਆ ਤੇ। ਵਾਟਕਮ ਤੇ ਸਕੈਜਡ ਯੂਥ ਵੱਲੋਂ ਇਹ ਜਿਹੜੀ ਆਪਾਂ ਰੈਲੀ ਦੀ ਪ੍ਰਬੰਧ ਕੀਤਾ ਸੀਗਾ, ਇਹਨੂੰ ਆਪਾਂ ਨੇ ਇੱਥੇ ਇਕੱਠੇ ਹੋਣ ਦਾ ਇੱਕੋ ਇੱਕ ਮਕਸਦ ਆ ਵੀ ਆਪਾਂ ਕਨੈਕਟ ਰਹੀਏ, ਇੱਕ ਦੂਜੇ ਦੇ ਨਾਲ ਕਨੈਕਟ ਰਹੀਏ ਤੇ ਇਨਫੋਰਮੇਸ਼ਨ ਸ਼ੇਅਰ ਕਰਦੇ ਰਹੀਏ ਕਿ ਕੀ ਕੀਤਾ ਜਾ ਸਕਦਾ ਆ ਜਿਹਦੇ ਨਾਲ ਆਪਾਂ ਇੱਥੋਂ ਦੀ ਗਵਰਨਮੈਂਟ ਤੱਕ ਪਹੁੰਚ ਕਰ ਸਕੀਏ।
ਸੋ ਯੂਥ ਜਿਹੜਾ ਇਹ ਕੋਸ਼ਿਸ਼ ਕਰ ਰਿਹਾ ਆ ਈਮੇਲਾਂ ਦੇ ਰਾਹੀਂ ਗਵਰਨਰ ਤੱਕ ਪਹੁੰਚ ਕਰਨ ਦੀ। ਅਸੀਂ ਪਹਿਲਾਂ ਥੋੜੀ ਈਮੇਲ ਸੈਂਡ ਕੀਤੇ ਸੀ, ਉਸ ਤੋਂ ਬਾਅਦ ਯੂਥ ਨੇ ਹੋਰ ਸਾਈਨ ਕਰਕੇ ਭੇਜੇ। ਉਸ ਤੋਂ ਬਾਅਦ ਹੁਣ ਸਾਡਾ ਇੱਕ ਹੋਰ ਈਮੇਲ ਜਾ ਰਿਹਾ, ਨੈਕਸਟ ਵੀਕ ਤੱਕ ਸਾਨੂੰ ਉਹਦਾ ਆਨਸਰ ਵੀ ਮਿਲ ਜਾਊਗਾ। ਤੇ ਜੇ ਸਾਨੂੰ ਉਸ ਤੋਂ ਬਾਅਦ ਵੀ ਕੋਈ ਆਨਸਰ ਇੱਥੋਂ ਦੀ ਗਵਰਨਮੈਂਟ ਤੋਂ ਨਹੀਂ ਮਿਲਦਾ ਜਾਂ ਗਵਰਨਰ ਜੇਨਲੀ ਇਸ ਗੱਲ ਦੇ ਉੱਪਰ ਕੋਈ ਆਪਣੀ ਸਪੀਚ ਨਹੀਂ ਦਿੰਦਾ ਤਾਂ ਉਦੋਂ ਗਾਹਾਂ ਜਿੱਦਾਂ ਇੱਥੇ ਭਾਈ ਸਾਹਿਬ ਨੇ ਕਿਹਾ ਕਿ ਬੈਲਿੰਗਹਮ ਦੇ ਵਿੱਚ ਇੱਕ ਰੈਲੀ ਆਪਾਂ ਆਰਗੇਨਾਈਜ਼ ਕਰਾਂਗੇ ਜਿਹਦੇ ਵਿੱਚ ਹੋਰ ਇਨਫੋਰਮੇਸ਼ਨ ਸਾਰੀਆਂ ਸੰਗਤਾਂ ਨੂੰ ਦਿੱਤੀ ਜਾਊਗੀ। ਸੋ ਇੱਕ ਇਹ ਜਿਹੜਾ ਇਕੱਠ ਆਪਾਂ ਕਰਦੇ ਇਹਦਾ ਦੋ ਹੁੰਦਾ ਕਿ ਇੱਕ ਤਾਂ ਆਪਾਂ ਕਨੈਕਟ ਹੁੰਦੇ ਆ ਇਨਫੋਰਮੇਸ਼ਨ ਸ਼ੇਅਰ ਕਰਨ ਨੂੰ, ਦੂਜਾ ਆਪਾਂ ਇੱਥੋਂ ਦੀ ਕਮਿਊਨਿਟੀ ਨੂੰ ਅਵੇਅਰਨੈਸ ਦੇ ਸਕਦੇ ਹਾਂ ਕਿ ਕੀ ਇੱਥੇ ਹੋ ਰਿਹਾ, ਸਾਡੀ ਕੰਟਰੀ ਦੇ ਵਿੱਚ ਕੀ ਹੋ ਰਿਹਾ। ਕਿਉਂਕਿ ਮੈਂ ਜਿੱਦਾਂ ਇੱਥੋਂ ਦੀ ਗੱਲ ਕਰਦੀ ਹਾਂ, ਮੈਨੂੰ ਨਹੀਂ ਲੱਗਦਾ ਬਹੁਤ ਸਾਰੇ ਲੋਕਾਂ ਨੂੰ ਇਹਦੇ ਬਾਰੇ ਇੱਥੇ ਦੇ ਲੋਕਾਂ ਨੂੰ ਨੌਲੇਜ ਆ ਕਿ ਇਹ ਐਡੀ ਵੱਡੀ ਜਿਹੜੀ ਆਪਣੀ ਫਾਰਮਿੰਗ ਪ੍ਰੋਟੈਸਟ ਚੱਲ ਰਹੀ ਆ ਵੀ ਇਹਦਾ ਐਕਚੁਅਲ ਹੈ ਕੀ ਆ। ਸੋ ਜੇ ਵੀ ਤੁਸੀਂ ਆਪਣੇ ਤਰੀਕੇ ਨਾਲ ਵੀ ਜਿੱਦਾਂ ਇਨਫੋਰਮੇਸ਼ਨ ਸ਼ੇਅਰ ਕਰਦੇ ਉਹਨਾਂ ਨੂੰ ਕਰਦੇ ਰਹੋ, ਕਿਉਂਕਿ ਅਸੀਂ ਚਾਹੁੰਦੇ ਹਾਂ ਇੱਥੋਂ ਦੇ ਲੋਕੀ ਵੀ ਸਾਡੇ ਨਾਲ ਖੜੇ ਹੋਣ, ਸਾਡੀ ਸਪੋਰਟ ਕਰਨ ਤਾਂ ਕਿ ਅਸੀਂ ਇੱਥੋਂ ਦੀਆਂ ਸਰਕਾਰਾਂ ਤੱਕ ਪਹੁੰਚ ਕਰ ਸਕੀਏ। ਜਾਂ ਕਿ ਇੱਥੋਂ ਦੀ ਸਰਕਾਰ ਜੇ ਆਵਾਜ਼ ਉਠਾਊਗੀ ਤਾਂ ਜ਼ਰੂਰ ਉਹ ਗੱਲ ਉੱਥੇ ਪਹੁੰਚੂਗੀ। ਜਿੱਦਾਂ ਕਿ UN ਤੇ ਪਟੀਸ਼ਨ ਪਾਈ ਗਈ ਸੀਗੀ, ਮੈਨੂੰ ਇਹ ਇਨਫੋਰਮੇਸ਼ਨ ਮਿਲੀ ਸੀਗੀ ਕਿ ਰੋਮ ਤੇ ਇਟਲੀ ਦੇ ਵਿੱਚ ਜਦੋਂ UN ਤੇ ਪਟੀਸ਼ਨ ਪਾਈ ਆ, ਉੱਥੋਂ ਦੀ ਗਵਰਨਮੈਂਟ ਨੇ UN ਨੇ ਰੀਚ ਕੀਤਾ ਆ, ਰੋਮ ਦੇ ਜਿਹੜੇ ਲੋਕਾਂ ਨੇ ਪਾਈ ਸੀ ਉਹਨਾਂ ਨੂੰ ਰੀਚ ਕੀਤਾ ਤੇ 15 ਤਰੀਕ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਇੱਥੇ ਸਾਡੇ UN ਦੇ ਆਫਿਸ ਦੇ ਮੂਹਰੇ ਆ ਕੇ ਪ੍ਰੋਟੈਸਟ ਕਰ ਸਕਦੇ ਆ ਤੇ 5 ਬੰਦੇ ਉਹਨਾਂ ਨਾਲ ਗੱਲ ਕਰ ਸਕਦੇ ਆ। ਤੇ ਜਿਹਦੇ ਸਬੰਧ ਵਿੱਚ ਇੱਥੇ ਵੀ ਉਹਨਾਂ ਨੇ ਕੰਟੈਕਟ ਕੀਤਾ ਆ, ਜਿਹੜੇ ਭਾਜੀ ਆਪਣੇ ਸਿਆਟਲ ਤੋਂ ਜਿਨ੍ਹਾਂ ਨੇ ਪਟੀਸ਼ਨ ਪਾਈ ਸੀਗੀ ਉਹਨਾਂ ਨਾਲ ਵੀ ਗੱਲ ਹੋਈ ਆ। ਸੋ ਕਿਤੇ ਨਾ ਕਿਤੇ ਆਪਣੀ ਆਵਾਜ਼ ਪਹੁੰਚੀ ਤਾਂ ਹੈ, ਪਰ ਹਾਲੇ ਇਦਾਂ ਨਹੀਂ ਹੋਇਆ ਕਿ ਇੱਥੋਂ ਦੀ ਸਰਕਾਰ ਨੇ ਇਦਾਂ ਦੀ ਆਵਾਜ਼ ਉਠਾਈ ਹੋਵੇ ਜਿਹੜੀ ਉੱਥੇ ਮੋਦੀ ਸਰਕਾਰ ਨੂੰ ਕੋਈ ਧੱਕਾ ਲਾ ਸਕੇ। ਸੋ ਦੂਜੇ ਨੰਬਰ ਤੇ ਜਿਹੜੀ ਬੱਚਿਆਂ ਨੇ ਇੱਕ ਉਪਰਾਲਾ ਕੀਤਾ ਟੀ-ਸ਼ਰਟ ਦਾ, ਮੈਨੂੰ ਪਤਾ ਆਪਾਂ ਸਾਰੇ ਆਪੋ ਆਪਣੇ ਤਰੀਕੇ ਨਾਲ ਫੰਡ ਭੇਜ ਰਹੇ ਆ, ਸਾਰਿਆਂ ਦੇ ਕੋਲ ਕੋਈ ਨਾ ਕੋਈ ਆਰਗੇਨਾਈਜੇਸ਼ਨ ਲੱਗੀ ਰਹੀ ਆ। ਇਹ ਇੱਕ ਸਿਰਫ ਮੋਟੀਵੇਟ ਇੱਥੇ ਦੇ ਯੂਥ ਨੂੰ ਕਰਨ ਦਾ ਤਰੀਕਾ ਸੀਗਾ, ਇਹ ਹੱਥੀਂ ਕੋਈ ਆਪ ਹੈਂਡ ਵਰਕ ਕਰਕੇ ਮਨੀ ਕਲੈਕਟ ਕਰਨਾ ਚਾਹੁੰਦੇ ਸੀਗੇ ਉੱਥੇ ਭੇਜਣ ਲਈ। ਸੋ ਜੇ ਤੁਸੀਂ ਇਹਦੇ ਵਿੱਚ ਇਹਨਾਂ ਦੀ ਸਪੋਰਟ ਕਰ ਸਕਦੇ ਆ ਦਾ ਵੀ ਗ੍ਰੇਟ, ਜੇ ਕਿਸੇ ਕੋਲ ਘੱਟ ਵੀ ਮਨੀ ਆ ਉਹ ਵੀ ਪਾ ਸਕਦਾ, ਵੱਧ ਪਾਉਣੀ ਚਾਹੁੰਦਾ ਵੱਧ ਪਾ ਸਕਦਾ। ਆਪਾਂ ਸਾਰਿਆਂ ਨੂੰ ਇਹਦੀ ਇਨਫੋਰਮੇਸ਼ਨ ਦੇ ਦਾਂਗੇ ਕਿਹੜੀ ਆਰਗੇਨਾਈਜੇਸ਼ਨ ਨੂੰ ਪੈਸੇ ਭੇਜੇ ਗਏ ਆ ਤੇ ਉਹਨਾਂ ਨੇ ਕੀ ਉੱਥੇ ਲੈ ਕੇ ਉਹਨਾਂ ਨੂੰ ਭੇਜਿਆ। ਇੱਕ ਦੋ ਆਰਗੇਨਾਈਜੇਸ਼ਨ ਨਾਲ ਗੱਲ ਚੱਲੀ ਸੀਗੀ, ਇੱਕ ਮਨੁੱਖਤਾ ਦੀ ਸੇਵਾ ਵਾਲਿਆਂ ਦੇ ਨਾਲ ਡਾਕਟਰ ਸੁਖਦੀਪ ਸਿੰਘ ਉਦੋਕ ਦੇ ਨਾਲ ਮੇਰੀ ਗੱਲ ਹੋਈ ਸੀਗੀ, ਜਿਨ੍ਹਾਂ ਤੋਂ ਮੈਂ ਪੁੱਛਿਆ ਸੀ ਵੀ ਉੱਥੇ ਤੁਹਾਨੂੰ ਕਿਸ ਚੀਜ਼ ਦੀ ਲੋੜ ਆ, ਤੇ ਉਹਨਾਂ ਨੇ ਇੱਕ ਦੋ ਚੀਜ਼ਾਂ ਦੀ ਡਿਮਾਂਡ ਰੱਖੀ ਸੀਗੀ ਤੇ ਉਸੇ ਵਿਸ਼ੇ ਨੂੰ ਲੈ ਕੇ ਇਹਨਾਂ ਦੇ ਨਾਲ ਗੱਲ ਕਰਕੇ ਡੋਨੇਸ਼ਨ ਇਕੱਠੀ ਕਰਨ ਦਾ ਆਪਾਂ ਅਰੇਂਜਮੈਂਟ ਕੀਤਾ ਸੀਗਾ। ਤੇ ਇੱਕ ਆਪਾਂ ਹੁਣ ਸਮਾਪਤੀ ਦੇ ਵਿੱਚ ਜਿਹੜੀ ਮੈਂ ਇਨਫੋਰਮੇਸ਼ਨ ਦੇ ਦਾਂ ਕਿ ਆਪਾਂ ਵਾਕ ਮਾਰਚ ਕਰਕੇ ਉੱਥੇ ਜਿਹੜੇ 4 ਕਾਰਨਰ ਨੇ ਉੱਥੇ ਆਪਾਂ ਖੜਨਾ ਆ, ਟਰਾਈ ਕਰਨਾ ਕਿ ਆਪਾਂ ਮੇਬੀ 45 ਮਿੰਟ ਉੱਥੇ ਖੜ ਕੇ ਨਾਰੇ ਲਾ ਸਕੀਏ ਤੇ ਤਾਂ ਕਿ ਜਿਹੜੇ ਲੋਕੀ ਇੱਥੋਂ ਜਾ ਰਹੇ ਨੇ ਰੋਡ ਦੇ ਉੱਪਰ ਉਹਨਾਂ ਨੂੰ ਅਵੇਅਰਨੈਸ ਮਿਲ ਸਕੇ ਵੀ ਇਹ ਕੀ ਹੋ ਰਿਹਾ ਹੈ ਇੰਡੀਆ ਦੇ ਵਿੱਚ, ਤਾਂ ਕਿ ਉਹ ਵੀ ਸਾਡੀ ਸਪੋਰਟ ਲਈ ਖੜੇ ਹੋ ਸਕਣ। ਬਾਕੀ ਜੇ ਤੁਹਾਡੇ ਕੋਲ ਯੂਥ ਕੋਲ ਕਿਸੇ ਕੋਲ ਕੋਈ ਬੈਟਰ ਆਈਡੀਆ ਹੈ, ਤੁਹਾਨੂੰ ਲੱਗਦਾ ਵੀ ਇਸ ਤਰੀਕੇ ਨਾਲ ਅਸੀਂ ਇੱਥੋਂ ਦੀ ਗਵਰਨਮੈਂਟ ਨਾਲ ਪਹੁੰਚ ਕਰ ਸਕਦੇ ਹਾਂ, ਸਾਡੀ ਕਿਸੇ ਹੈਲਪ ਦੀ ਲੋੜ ਆ ਤਾਂ ਸਾਨੂੰ ਜ਼ਰੂਰ ਦੱਸੋ। ਸਾਡੇ ਕੋਲ ਸੋਸ਼ਲ ਮੀਡੀਆ ਦਾ ਪੇਜ ਵੀ ਹੈਗਾ ਆ, ਫੇਸਬੁੱਕ ਪੇਜ ਵੀ ਹੈਗਾ, ਇੰਸਟਾਗ੍ਰਾਮ ਤੇ ਵੀ ਹੈਗਾ ਤੇ ਟਵਿੱਟਰ ਤੇ ਵੀ ਹੈਗਾ, ਜਿਹਦੇ ਰਾਹੀਂ ਤੁਸੀਂ ਇਨਫੋਰਮੇਸ਼ਨ ਸੈਂਡ ਕਰ ਸਕਦੇ ਆ। ਤਾਂ ਜੇ ਵੀ ਕਿਸੇ ਕੋਲ ਕੋਈ ਹੋਰ ਆਈਡੀਆ ਹੈ ਵੀ ਆ ਵੀ ਕਰਨਾ ਚਾਹੀਦਾ ਇੱਥੋਂ ਦੀ ਅਵੇਅਰਨੈਸ ਲਈ, ਤਾਂ ਉਹਦੇ ਬਾਰੇ ਵੀ ਪਲੀਜ਼ ਜ਼ਰੂਰ ਇਨਫੋਰਮੇਸ਼ਨ ਸ਼ੇਅਰ ਕਰੋ ਕਿ ਸਾਰਿਆਂ ਦੀ ਜਿਹੜੀ ਨੌਲੇਜ ਆ ਉਹ ਆਪਾਂ ਨੂੰ ਜ਼ਰੂਰ ਚਾਹੀਦੀ ਆ। ਸਾਰੇ ਆਪਾਂ ਇਕੱਠੇ ਹੀ ਹੋ ਕੇ ਇਸ ਜਿਹੜੀ ਐਡੀ ਵੱਡੀ ਸਟੇਸ਼ਨ ਹੈ ਉਹਦੇ ਨਾਲ ਫਾਈਟ ਕਰ ਸਕਦੇ ਹਾਂ, ਕਿਉਂਕਿ ਆਪਾਂ ਇਕੱਲੇ ਫਾਈਟ ਨਹੀਂ ਕਰ ਸਕਦੇ। ਇਹਦੇ ਨਾਲ ਆਪਾਂ ਨੂੰ ਸਾਰਿਆਂ ਦਾ ਓਪੀਨੀਅਨ ਮੈਟਰ ਰੱਖਦਾ ਆ, because this is not about just farming bill, this is not about just farming, it's about food we eat, we all eat food। ਜਿਹੜਾ ਵੀ ਫੂਡ ਅਸੀਂ ਖਾਂਦੇ ਆ ਉਹ ਸਾਰਿਆਂ ਨੂੰ ਇਫੈਕਟ ਹੋਣਾ, ਚਾਹੇ ਉਹ ਅਮਰੀਕਨ ਨੇ, ਇੰਡੀਅਨ ਨੇ, ਬਲੈਕ ਮੈਟਰ ਕੋਈ ਵੀ ਹੋਵੇ। ਇਸ ਅਖੀਰ ਤੇ ਜਾ ਕੇ ਇਹ ਸਾਰੀ ਚੀਜ਼ ਦਾ ਐਫਰਟ ਫੂਡ ਤੇ ਪਾਉਣਾ। ਜਦੋਂ ਜਿਹੜੀਆਂ ਇਹ ਕਾਰਪੋਰੇਸ਼ਨ ਕੰਪਨੀਆਂ ਆਉਗੀਆਂ, ਜਦੋਂ ਇਹਨਾਂ ਦੇ ਹੱਥਾਂ 'ਚ ਸਾਰਾ ਫੂਡ ਚੱਲ ਗਿਆ, ਉਹ ਸਾਰੇ ਰੇਟ ਉਸੇ ਤਰ੍ਹਾਂ ਵਧਣੇ ਨੇ ਤੇ ਫੂਡ ਤਾਂ ਸਾਨੂੰ ਸਾਰਿਆਂ ਨੂੰ ਖਾਣਾ ਹੀ ਪੈਣਾ। ਸੋ ਇਧਰ ਭਾਜੀ ਉਹਨਾਂ ਨੇ ਕਿਹਾ ਸੀ ਕਿ ਆਪਾਂ 1 ਮਿੰਟ ਦਾ ਮੌਨ ਰੱਖਾਂਗੇ, ਜਿਹੜੇ ਆਪਣੇ ਫਾਰਮਰ ਸ਼ਹੀਦੀਆਂ ਪਾ ਗਏ ਨੇ ਦਿੱਲੀ ਦੇ ਵਿੱਚ, ਉਹਨਾਂ ਦੀ ਸਪੋਰਟ ਦੇ ਲਈ। ਸੋ ਆਪਾਂ ਹੁਣ ਸਾਰੇ 1 ਮਿੰਟ ਦਾ ਮੌਨ ਰੱਖਾਂਗੇ, ਉਸ ਤੋਂ ਬਾਅਦ ਆਪਾਂ ਆਪਣੀ ਜਿਹੜੀ ਇੰਟਰਸੈਕਸ਼ਨ ਵੱਲ ਨੂੰ ਮਾਰਚ ਕਰਾਂਗੇ ਤੇ ਦੇ ਨਾਲ ਉੱਥੇ 4 ਕੋਰਨਰ ਤੇ ਖੜ ਕੇ ਘੰਟਾ ਕੁ ਟਰਾਈ ਕਰਾਂਗੇ ਖੜ ਕੇ ਉੱਥੇ ਆਪਾਂ ਫਾਰਮਰ ਦੀ ਸਪੋਰਟ ਦੇ ਵਿੱਚ ਨਾਅਰਾਬਾਜ਼ੀ ਕਰ ਸਕੀਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Bole Sonehal. Okay, so Jadante ji ne kya, now we're going to go out to the streets. Please be careful, it's a pretty busy street. So ਜਿਹੜੇ ਬੱਚੇ ਆ ਤੁਸੀਂ please ਆਪਣੇ ਲਾਗੇ ਲਾਗੇ ਰੱਖਿਓ। Yeah, and ਜਿਹੜੇ banners ਤੇ flags ਤੁਸੀਂ ਸਾਡੇ ਕੋਲ ਲਏ ਆ ਪਲੀਜ਼ ਬੇਨਤੀ ਹੈ ਵੀ ਤੁਸੀਂ ਵਾਪਸ ਕਰ ਦਿਓ। ਅਸੀਂ ਅਗਲੀ ਰੈਲੀ ਦੇ ਵਿੱਚ ਫੇਰ ਦੇ ਦੇਵਾਂਗੇ, ਪਰ ਜੇ ਕਿਸ ਨੇ ਲੈਣਾ ਵੀ ਆ ਤੁਸੀਂ ਸਾਨੂੰ ਦੱਸ ਦਿਓ and we can make you guys banners as well for now ਰੈਲੀ ਤੋਂ ਬਾਅਦ ਤੁਸੀਂ ਵਾਪਸ ਦੇ ਦਿਓ। ਓਕੇ, ਵਾਹਿਗੁਰੂ ਜੀ ਕਾ ਖਾਲਸਾ।